ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मेरे ਵੱਲੋਂ ਵੀ ਆਪ ਜੀ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਅੱਜ ਦੀ ਇਸ ਮਹਿਫਲ ਦੇ ਵਿੱਚ। ਰੰਗਲਾ ਪੰਜਾਬ 905 813 1320 9058131320 ਔਰ ਬੀਬਾ ਹਰਸਿਮਰਤ ਕੌਰ ਬਾਦਲ ਕਾਫੀ ਗਰਮ ਨੇ। ਮਜੀਠੀਆ ਨਾਲ ਪਟਿਆਲਾ ਜੇਲ੍ਹ ਦੇ ਵਿੱਚ ਮੁਲਾਕਾਤ ਹੋਈ ਹੈ। ADGP ਹਰਪ੍ਰੀਤ ਸਿੰਘ ਨੂੰ ਬਦਲ ਦੀ ਮੰਗ ਕੀਤੀ ਹੈ ਔਰ ਸਿੱਧੂ ਨੂੰ PGI ਵਿਖੇ ਭੇਜਣ ਤੇ ਵੀ ਇਤਰਾਜ਼ ਪ੍ਰਗਟਾਇਆ ਹੈ। ਕੀ ਕਹਿਣਾ ਚਾਹੋਗੇ? ਜਿਹੜੀ ਗੱਲ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੀਤੀ ਹੈ, ਜਦੋਂ ਮੁਲਾਕਾਤ ਕਰਕੇ ਬਾਹਰ ਆਏ ਤੇ ਉਹਨਾਂ ਨੇ ਕਿਹਾ ਕਿ ਮਜੀਠੀਆ ਜੇਲ੍ਹ ਦੇ ਵਿੱਚ ਚੜ੍ਹਦੀ ਕਲਾ। ਦੂਸਰੀ ਚੀਜ਼ ਉਹਨਾਂ ਕਹੀ ਹੈ ਕਿ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਵਾ। ਜਿਹੜਾ ADGP ਹਰਪ੍ਰੀਤ ਸਿੰਘ ਸਿੱਧੂ ਆ, ਉਹਨਾਂ ਦੇ ਪਰਿਵਾਰ ਦੀ ਸਾਡੇ ਨਾਲ ਜਾਤੀ ਦੁਸ਼ਮਣੀ ਜਿਹਦੇ ਕਰਕੇ ਉਹਨੂੰ ਪਰੇਸ਼ਾਨ ਕੀਤਾ ਜਾ ਰਿਹਾ ਤੇ ਇਹਨੂੰ ਤੁਰੰਤ ਬਦਲਿਆ ਜਾਵੇ। ਇਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਚਾਚੀ ਸੀ, ਇਹਨਾਂ ਦੀ ਮਾਸੀ ਸੀਗੀ ਤੇ ਉਸ ਚੀਜ਼ ਇਹਦੀ ਮੌਤ ਤੋਂ ਬਾਅਦ ਜਿਹੜੀ ਗੋਲੀ ਚੱਲੀ ਸਾਡੇ ਦਾਦੇ ਤੇ ਇਹਨਾਂ ਦੇ ਦਾਦੇ ਨੇ ਗੋਲੀ ਬਕਾਇਦਾ ਚਲਾਈ। ਸਾਡਾ ਉਸ ਤੋਂ ਬਾਅਦ ਕੋਈ ਇਹਨਾਂ ਲੈਣ ਦੇਣ ਨਹੀਂ। ਪਰ ਬੀਬੀ ਹਰਸਿਮਰਤ ਕੌਰ ਬਾਦਲ ਜੀ ਇਹ ਦੱਸਦੇ ਕਿ ਜਦੋਂ ਤੁਹਾਡਾ ਰਾਜ ਸੀ ਉਦੋਂ SSP ਕਿਵੇਂ ਲੱਗਦਾ ਰਿਹਾ ਬੰਦਾ? ਬਿਲਕੁਲ। ਮਜੀਠਾ ਪੁਲਿਸ ਦੇ ਵਿੱਚ SSP ਲਾਇਆ ਸੀ, ਕਿਹਨੇ ਲਾਇਆ ਸੀ ਇਹਨਾਂ? ਉਦੋਂ ਸਲੂਟ ਵੀ ਤੁਹਾਨੂੰ ਜਾ ਕੇ ਮਾਰਦੇ ਹੁੰਦੇ ਸੀ, ਉਦੋਂ ਕੋਈ ਨਹੀਂ ਕਿਸੇ ਨੇ ਇਤਰਾਜ਼ ਪ੍ਰਗਟ ਕੀਤਾ। ਅੱਜ ਕਿਉਂ ਕਰ ਰਹੇ ਹੋ? ਚਲੋ ਖੈਰ, ਇਤਰਾਜ਼ ਪ੍ਰਗਟ ਕਰਨਾ ਤੁਹਾਡਾ ਜਿਹੜਾ ਵਾ ਉਹ ਹੱਕ ਬੜਾ ਚੰਗੀ ਗੱਲ ਆ। ਉਹ ਕਹਿੰਦੇ ਵੀ ਇਹਨੂੰ ਬਦਲਿਆ ਜਾਵੇ ਤੇ ਮਜੀਠੀਏ ਨੂੰ ਜੇਲ੍ਹ ਦੇ ਵਿੱਚ ਉਹਦੀ ਜਾਨ ਨੂੰ ਖਤਰਾ, ਉਹਦੀ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ। ਤੁਹਾਨੂੰ ਪਤਾ ਹੋਏਗਾ ਹਾਈ ਕੋਰਟ ਜਦੋਂ ਇਹ ਐਪਲੀਕੇਸ਼ਨ ਗਈ ਤੇ ਜੇ ਸੁਬਰ ਨੇ ਕਿਹਾ ਸੀ ਲੋੜ ਪੈਣ ਤੇ ਮੈਂ ਆਪਣੇ ਕੁਰਸੀ ਜਰੀਏ ਇਹਦੀ ਦਰਕ ਕੇ ਬਾਹਰ ਲਾ ਦੂੰ, ਕੋਈ ਖਤਰਾ ਨਹੀਂ ਅੰਦਰ। ਉਹਦੀ 4 ਗਾਰਡ ਬਾਹਰ ਖੜੇ ਕਰ ਦਿੱਤੇ ਕਿ 24 ਘੰਟੇ ਦੀ ਬੈਰਕ ਦੇ ਬਾਅਦ ਮੈਂ ਵੀ ਤੇ ਖੜੇ 10 ਹੋ। ਲੇਕਿਨ ਤਾਵਲਾ ਸਾਹਿਬ ਇੱਕ ਗੱਲ ਨੂੰ ਵੇਖੋ, ਪ੍ਰੁੱਖ ਨਹੀਂ ਕੀਤਾ ਜਾ ਸਕਦਾ। ਕਈ ਮਰਡਰ ਹੋ ਚੁੱਕੇ ਨੇ ਜੇਲ੍ਹ ਦੇ ਵਿੱਚ। ਬਾਬਾ ਅਜੀਤ ਸਿੰਘ ਪੂਰਾ ਦਾ ਮਰਡਰ ਜੇਲ੍ਹ ਚ ਹੋਇਆ। ਇਸ ਕਰਕੇ ਉਹਨਾਂ ਨੇ ਮੰਗ ਕੀਤੀ ਕਿ ਵਾਕਿਆ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਜੀ। ਰਹੀ ਗੱਲ ਹਰਪ੍ਰੀਤ ਸਿੰਘ ਸਿੱਧੂ ਦੀ, ਹਰਪ੍ਰੀਤ ਸਿੰਘ ਇਹੋ ਜਿਹਾ ਇਨਸਾਨ ਨਹੀਂ। ਫਿਰ ਆਪਾਂ ਇਹ ਗੱਲ ਕਰਦੀ ਕਿ ਤੁਹਾਡੇ ਰਾਜ ਦੇ ਵਿੱਚ ਉਹ SSP ਵੀ ਲੱਗਦਾ ਰਿਹਾ, ਬਾਅਦ ਦੇ ਵਿੱਚ DIG ਲੱਗਾ, ਸਭ ਕੁਛ ਲੱਗਾ ਸੀ, ਸਭ ਕੁਛ ਕੀਤਾ ਤੇ ਅੱਜ ਤੁਸੀਂ ਇਤਰਾਜ਼ ਜਤਾਉਂਦੇ ਹੋ। ਜਤਾਓ। ਦੂਸਰਾ ਇਤਰਾਜ਼ ਉਹਨਾਂ ਦਾ ਇਹ ਸੀਗਾ ਕਿ ਮੇਰਾ ਭਰਾ ਤਾਂ 8x8 ਦੀ ਕੋਠੀ ਦੀ 6 ਫੁੱਟ ਕੱਦ ਦਾ ਉਹਦੇ ਚ ਗੁਜ਼ਾਰਾ ਕਰ ਰਿਹਾ, ਉਹਦੇ ਵਿੱਚ ਬੰਦ ਕੀਤਾ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੂੰ ਏਅਰ ਕੰਡੀਸ਼ਨਰ ਠੰਡੀਆਂ ਹਵਾ ਲੈਣ ਲਈ PGI ਭੇਜ ਦਿੱਤਾ। ਕਿਆ ਬਾਤ, ਠੀਕ ਹੈ ਜੀ, ਤੁਹਾਡੀ ਵੀ ਇਹ ਵੀ ਗੱਲ ਠੀਕ ਹੈ। ਲੇਕਿਨ ਸਿੱਧੂ ਸਾਹਿਬ ਤੁਹਾਨੂੰ ਪਤਾ ਹੋਏਗਾ ਕਿ ਉਹ ਰੋਟੀ ਕਣਕ ਨਹੀਂ ਖਾਂਦੇ। ਕਣਕ ਦੀ ਰੋਟੀ ਉਹਨਾਂ ਨੂੰ ਐਲਰਜੀ ਕਰਦੀ ਹੈ ਤੇ ਕਿਸੇ ਦੀ ਉਹਨਾਂ ਇੱਕ ਆਪਰੇਸ਼ਨ ਕਰਾਇਆ ਸੀ, ਜਿਹਦੇ ਆਪਰੇਸ਼ਨ ਨੂੰ ਲੈ ਕੇ ਡਾਕਟਰ ਨੇ ਕੁਝ ਹਦਾਇਤਾਂ ਦਿੱਤੀਆਂ ਸੀਗੀਆਂ ਤੇ ਜੇਲ੍ਹ ਅਥਾਰਟੀ ਉਹਨਾਂ ਦਾ ਪਾਲਣਾ ਕਰ ਰਹੀ ਹੈ। ਤੇ ਸਿੱਧੂ ਨੂੰ ਸਿਰਫ ਚੈਕਿੰਗ ਵਾਸਤੇ ਲੈ ਕੇ ਗਏ ਸੀ। ਉੱਥੇ ਉਹਨੇ ਕਿਹਾ ਸੀ, ਡਾਕਟਰ ਨੇ ਲਿਖ ਕੇ ਦਿੱਤਾ ਸੀ, ਜੇਲ੍ਹ ਦੇ ਡਾਕਟਰ ਨੇ ਲਿਖ ਕੇ ਦਿੱਤਾ ਸੀ ਕਿ ਇਹ PGI ਟੈਸਟ ਕਰਾਇਆ ਜਾਏ। ਤੇ ਉਹ ਪਟਿਆਲੇ ਰਵਿੰਦਰਾ ਹਸਪਤਾਲ ਦੇ ਵਿੱਚ ਟੈਸਟ ਨਹੀਂ ਸੀ। PGI ਲੈ ਕੇ ਗਏ, ਉਹ 1 ਦਿਨ ਰਹੇ ਉੱਥੇ ਜਾਂ 2 ਦਿਨ ਰਹੇ ਉੱਥੇ। ਕੱਲ ਉਹਨਾਂ ਦੀ ਵਾਪਸੀ ਜੇਲ੍ਹ ਚ ਹੋ ਚੁੱਕੀ। ਲੇਕਿਨ ਬੀਬੀ ਜੀ ਨੂੰ ਇਹ ਵੀ ਇਤਰਾਜ਼ ਆ ਕਿ ਸਿੱਧੂ ਨੂੰ ਇਹ ਫੈਸਿਲਿਟੀ ਕਿਉਂ ਦਿੱਤੀ ਜਾ ਰਹੀ ਹੈ। ਚਲੋ ਬੀਬੀ ਜੀ, ਤੁਹਾਡਾ ਜਿਹੜਾ ਹੁਕਮ ਸਿਰ ਮੱਥੇ ਤੇ, ਅਸੀਂ ਸਰਕਾਰ ਕੋਲ ਪਹੁੰਚਾ ਉਹ ਮੰਨੇ ਨਾ ਮੰਨੇ ਸਰਕਾਰ ਦੀ ਜੀ। ਵੌਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਸੌਰੀ ਪੱਟੀ ਸਾਹਿਬ, ਤੁਸੀਂ ਇੱਕ ਲਫ਼ਜ਼ ਵਰਤਿਆ, ਨਿਹੰਗ ਸਿੰਘਾਂ ਦੀ ਭੇਸ ਦੇ ਵਿੱਚ ਇੱਕ ਸ਼ਖਸ ਜਿਹਨੇ ਇਨਸਾਨੀਅਤ ਵੀ ਮੇਰੇ ਖਿਆਲ ਦੇ ਵਿੱਚ ਆਪਣੇ ਰਾਜਕਾਲ ਦੇ ਵਿੱਚ ਲੀਰੋਂ ਲੀਰ ਕੀਤੀ।
ਜਿਹਨੇ ਬਹੁਤ ਵੱਡੀ ਤਾਦਾਦ ਦੇ ਵਿੱਚ ਜਦੋਂ ਲੰਘਦਾ ਸੀ ਤੇ ਤੜਥੱਲੀ ਮੱਚ ਜਾਂਦੀ ਸੀ, ਪੂਲਾ 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 ਹੁੰਦੀ ਸੀ। ਉਸ ਪੂਲੇ ਲਈ ਲਫ਼ਜ਼ ਅਸੀਂ ਵਰਤ ਜਾਂਦੇ ਹਾਂ, ਵੈਸੇ ਤੇ ਸਰਸੇ ਵਾਲੇ ਸਾਧ ਲਈ ਵੀ ਵਰਤ ਜਾਂਦੇ ਹਾਂ। ਸਾਧ ਸੁਧਰੇ ਹੋਏ ਦਾ ਨਾਂ ਤੇ ਬਾਬਾ ਬਹੁਤ ਮਹੱਤਵਪੂਰਨ ਆ। ਤੇ ਉੱਤੇ ਨਿਹੰਗ ਬਾਣਾ ਪਾ ਕੇ ਜੋ ਉਹਨੇ ਕਰਤੂਤਾਂ ਕੀਤੀਆਂ ਸਨ ਉਹ ਪੜ੍ਹ ਲਈਆਂ। ਹਾਂਜੀ, ਉਹਨਾਂ ਜਵਾਨਾਂ ਨੇ ਤੇ ਫਿਰ ਉਹ ਜੋ ਉਹਦਾ ਹਸ਼ਰ ਹੋਇਆ ਆਪਾਂ ਦੇਖਿਆ, ਉਹ ਤੁਸੀਂ ਜ਼ਿਕਰ ਕੀਤਾ। ਮੈਂ ਇਸ ਕਰਕੇ ਥੋੜਾ ਜਿਹਾ ਆਪਾਂ ਗੱਲ ਨੂੰ ਖਿੱਚਣਾ ਨਹੀਂ ਕਿ ਦਰਸ਼ਕ ਸਰੋਤੇ ਇਹ ਨਾ ਮਹਿਸੂਸ ਕਰਨ ਕਿ ਉਹ ਬਾਬਾ ਸੀ। ਬਾਬੇ ਦੀ ਭੇਸ ਵਿੱਚ ਬਾਬਾ ਲਫ਼ਜ਼ ਨਿਕਲ ਗਿਆ ਸਾਡੇ ਚੋਂ, ਸਾਡੀ ਟੀਮ ਜ਼ਿੰਮੇਵਾਰ। ਬਾਬਾ ਨਹੀਂ ਸੀ ਉਹ, ਬਾਬੇ ਦੀ ਭੇਸ ਵਿੱਚ। ਮੈਂ ਥੋੜੀ ਜਿਹੀ ਤੁਹਾਨੂੰ ਆਪਣੇ ਸੁਧਾਰ ਕਰ ਦਿਆਂ। ਜੋ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਮੈਨੂੰ ਫੋਨ ਆਇਆ ਸੀ ਕੁਛ, ਉਹ ਕਹਿੰਦਾ ਸੀ ਬਾਬਾ ਰਾਮ ਰਹੀਮ ਜੋ ਮਰਜ਼ੀ ਹੋਵੇ ਤੁਸੀਂ ਉਹਨੂੰ ਸੌਦਾ ਸਾਹਿਬ ਦੀ ਕਹਿ ਸਕਦੇ, ਤੁਸੀਂ ਕਹਿ ਰਹੇ ਹੋ ਗਲਤ ਕਰ ਰਹੇ ਹੋ। ਮੈਂ ਕਿਹਾ ਠੀਕ ਹੈ ਜੀ, ਤੁਹਾਡੀ ਗਲਤ। ਔਰ ਉਹਨਾਂ ਦੀ ਇੱਕ ਵਾਈਸ ਚਾਂਸਲਰ ਬਕਾਇਦਾ ਤੌਰ ਤੇ ਟੀਚਰ ਰਿਹਾ ਸੀ ਮੈਂ ਤੁਹਾਡੀ ਪੱਤਰਕਾਰੀ ਮੁਤਾਬਕ। ਕਹਿੰਦੇ ਉਹਦਾ ਭਾਵੇਂ ਉਹ ਦੋਸ਼ੀ ਆ ਭਾਵੇਂ ਨਹੀਂ ਦੋਸ਼ੀ, ਉਹਦਾ ਪੂਰਾ ਨਾਮ ਲਓ। ਬਿਲਕੁਲ, ਇਹ ਸਾਡੇ ਐਥਿਕਸ ਦੇ ਕਹਿੰਦਾ, ਸਾਡੀ ਜਿਹੜੀ ਹੈ ਨਾ ਆਪਣੀ ਐਥਿਕਸ ਸਾਡੀ ਜਰਨਲਿਜ਼ਮ ਦੇ, ਉਸ ਦਿਨ ਤੋਂ ਬਾਅਦ ਤੁਸੀਂ ਵੇਖਿਆ ਹੋਊਗਾ ਮੈਂ ਕਦੀ ਸੋਚਿਆ ਸਾਡੀ ਬਾਬਾ ਅਜੀਤ ਸਿੰਘ ਪੂਲਾ ਦਾ ਨਾਂ ਸੀਗਾ, ਮੈਂ ਨਾਂ ਲਿਆ ਹੁੰਦਾ ਨਹੀਂ। ਜਦੋਂ ਮਾਂ ਨੇ ਜੰਮਿਆ ਸੀ ਅਜੀਤ ਸਿੰਘ ਪੂਲਾ ਸੀ। ਜਦੋਂ ਮਾਂ ਨੇ ਜੰਮਿਆ ਸੀ ਅਜੀਤ ਸਿੰਘ ਸੀਗਾ। ਅਜੀਤ ਜੰਮਿਆ ਸੀ, ਅਜੀਤ ਨਾਂ ਰੱਖ ਦਿੱਤਾ, ਅਜੀਤ ਸਿੰਘ ਸੀ। ਬਾਬਾ ਮਿਲਿਆ ਸੀ ਮੈਂ ਤੇ ਇੱਕ ਮੇਰੇ ਦੋ ਟੀਚਰ ਸੀ ਵਾਈਸ ਚਾਂਸਲਰ ਰਿਟਾਇਰ ਹੋਏ, ਉਹਨਾਂ ਨੇ ਗਾਈਡ ਕੀਤਾ ਸੀ। ਮੈਂ ਤਦ ਕਰਕੇ ਇੱਕ ਨਾਂ ਲਿਆ ਵੀ ਆਮ ਸੌਰੀ ਤੁਹਾਡਾ ਮੇਰੇ ਵਿਚਾਰਾਂ ਨਾਲ ਸਹਿਮਤ ਹੋਣਾ ਕੋਈ ਜ਼ਰੂਰੀ ਨਹੀਂ। ਜ਼ਰੂਰੀ ਬਿਲਕੁਲ ਤੁਹਾਡਾ ਮੇਰੇ ਵਿਚਾਰਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ। ਨਾ ਸਹਿਮਤ ਹੋਣਾ ਨਾ ਹੋਣਾ ਵੱਖਰੀ ਗੱਲ ਆ। ਪਰ ਜਦੋਂ ਮਾਂ ਨੇ ਜੰਮਿਆ ਸੀ ਨਾਂ ਰੱਖਿਆ ਸੀ ਅਜੀਤ ਸਿੰਘ, ਸਿੰਘਾਂ ਦੇ ਘਰ ਜੰਮਿਆ ਹੋਊਗਾ। ਪੂਲਾ ਬਾਅਦ ਚ ਲੱਗ ਗਿਆ, ਬਾਬਾ ਅਸੀਂ ਲਾਤਾ, ਛਤਰ ਛਾਇਆ ਮਿਲ ਗਈ। ਜੋ ਉਹਨੇ ਸੱਥਰ ਵਿਛਾਏ, ਜੋ ਉਹਨੇ ਕਰਤੂਤਾਂ ਕੀਤੀਆਂ, ਕੌਮ ਦੇ ਇੱਕ ਪ੍ਰਸਿੱਧ, ਹਾਂਜੀ, ਜਿਹਨੇ ਸਾਰੀ ਜ਼ਿੰਦਗੀ ਕੌਮ ਦੇ ਨਾਲ ਲਾਤੀ, ਜੋਗਾ ਸਿੰਘ ਜੋਗੀ ਉਹਨਾਂ ਦੀ, ਉਸ ਪੋਤੀ ਬਾਰੇ ਤੁਸੀਂ ਪੜ੍ਹਿਆ ਸੁਣਿਆ ਹੋਣਾ। ਅਤੇ ਉਸ ਤੋਂ ਇਲਾਵਾ ਅਨੇਕਾਂ ਹੋਰ ਕਹਾਣੀਆਂ ਜਿਹੜੀਆਂ ਉਸ ਰਿਟਾਇਰ ਫੌਜੀ ਨੇ ਕੱਢੀਆਂ ਸਨ ਰੰਗਲਾ ਪੰਜਾਬ ਦੇ ਵਿੱਚ, ਮੈਨੂੰ ਉਹ ਯਾਦ ਨੇ। ਇਸ ਕਰਕੇ ਅਸੀਂ ਉਦੋਂ ਵੀ ਕਿਹਾ ਸੀ ਕਿ ਇਹ ਬਾਬੇ ਦੀ ਆੜ ਹੇਠ, ਉਦੋਂ ਸ਼ਾਇਦ ਤੁਹਾਡੀ ਸਾਡਾ ਮੁਲਾਕਾਤ ਨਹੀਂ ਸੀਗੀ, ਪਰ ਬਹੁਤ ਇਹਦੇ ਪੱਤਰੇ ਖੋਲ੍ਹੇ ਸੀ ਜਦੋਂ ਇਹਦੇ ਮੁਕਾਬਲੇ ਇਹਦੇ ਵਿਰੁੱਧ ਉਹਨਾਂ ਨੇ ਸੰਘਰਸ਼ ਵਿੱਢਿਆ ਸੀ। ਖੈਰ ਅੱਗੇ ਚੱਲਦੇ ਹਾਂ। ਭੱਟੀ ਸਾਹਿਬ ਸੌਰੀ, ਮੈਂ ਇਹਨੂੰ ਸਿਰਫ ਆਪਣੇ ਲੈਵਲ ਤੇ ਮੇਰੀ ਜ਼ਿੰਮੇਵਾਰੀ ਸੀਗੀ। ਮੈਨੂੰ ਨਹੀਂ ਚੰਗਾ ਲੱਗਾ ਕਿ ਬਾਬੇ ਦੀ ਆੜ ਹੇਠ, ਉਹ ਬਾਬਾ ਨਹੀਂ ਸੀ, ਉਹ ਇੱਕ ਜੋ ਉਹਨੇ ਕੀਤਾ ਸਜ਼ਾ ਨੂੰ ਮਿਲ ਗਈ। ਬੇਟੇ ਦੀ ਲਾਸ਼ ਛਡਵਾਉਣ ਲਈ ਮਾਂ ਪਿਓ ਨੇ ਭੀਖ ਮੰਗੀ। ਮੈਂ ਖਬਰ ਪੜ੍ਹ ਰਿਹਾ ਸੀ, ਇਹ ਕਿਸੇ ਵੇਲੇ ਇਹੋ ਜਿਹੀ ਖਬਰਾਂ ਪੜ੍ਹ ਲੈਂਦੀਆਂ ਤੇ 2-2 3-3 ਵਜੇ ਜਾਂਦੇ, ਨੀਂਦ ਹੀ ਨਹੀਂ ਆਉਂਦੀ। ਰਿਸ਼ਵਤ ਦੇਣ ਲਈ ਪੈਸੇ ਨਹੀਂ ਸਨ ਕੋਲ। ਕੀ ਕਹਿਣਾ ਚਾਹੋਗੇ? ਬੜੀ ਮੰਦਭਾਗੀ ਗੱਲ ਹੈ। ਕਿਹੜੀ ਸਟੇਟ ਦੀ ਗੱਲ ਹੈ? ਜਿਹੜੀ ਸਟੇਟ ਦੇ ਵਿੱਚ ਮੁੱਖ ਮੰਤਰੀ ਸੁਸ਼ਾਸਨ ਬਾਬੂ, ਉਸ ਸਟੇਟ ਦੀ ਗੱਲ ਜਿਹਦੇ ਬਾਰੇ ਕਿਹਾ ਜਾਂਦਾ ਕਿ ਜਦੋਂ ਦਾ ਉਹ ਮੁੱਖ ਮੰਤਰੀ ਬਣਿਆ ਉਹਦੇ ਸਟੇਟ ਦੇ ਵਿੱਚ ਬਹੁਤ ਸਾਰੇ ਸੁਧਾਰ ਕੀਤੇ। ਔਰਤਾਂ ਰਾਤ ਨੂੰ ਘਰੋਂ ਬਾਹਰ ਨਿਕਲਦੀਆਂ, ਹੁਣ ਔਰਤਾਂ ਉਹਦੀ ਜਿੱਥੇ ਮਰਜ਼ੀ ਘੁੰਮੋਗੇ ਪੁੱਛਣ ਵਾਲਾ। ਇੱਥੋਂ ਤੱਕ ਸੁਸ਼ਾਸਨ ਬਾਬੂ ਦੀਆਂ ਸਿੱਖਿਆ ਕੀਤੀਆਂ, ਲੇਕਿਨ ਜੰਡਿਆਂ ਚ ਜਿਹੜੇ ਕਈ ਹੁੰਦੇ ਮਾੜੇ ਲੋਕ ਲਿਖਤ ਆਉਂਦੇ, ਉਹਦਾ ਆਪਾਂ ਕੋਈ ਕਹਿ ਨਹੀਂ ਸਕਦੇ ਕਿ ਬਿਲਕੁਲ ਸੁਧਾਰ ਕਰਦੀ, ਉਹ ਤਾਂ ਹੈ ਹੀ ਨਹੀਂ ਨਾ। ਤੁਹਾਡੇ ਨਾਲ ਤੁਸੀਂ ਕੋਈ ਗੱਲ ਕਰਦੇ ਹੋ, ਤੁਹਾਡੇ ਨਾਲ 90% ਸਹਿਮਤ ਹੋਣਗੇ ਲੋਕ, 10% ਤੁਹਾਡੇ ਨਾਲ ਅਸਹਿਮਤ ਵੀ ਹੋਣਗੇ। ਬਿਲਕੁਲ ਇਹ ਗੱਲ ਬਿਲਕੁਲ। ਇਸ ਕਰਕੇ ਇਸੇ ਤਰ੍ਹਾਂ ਜੇ ਚੰਗੇ ਲੋਕ ਵਸਦੇ ਉੱਥੇ ਤੇ ਮਾੜੇ ਵੀ ਨਾਲ ਹੀ ਵਸਦੇ। ਚੰਗਿਆਂ ਤੇ ਮਾੜਿਆਂ ਦੀ ਪਛਾਣ ਹੋ ਰਹੀ ਹੁੰਦੀ ਹੈ ਜਦੋਂ ਮਾੜਾ ਗਲਤੀ ਹੈ। ਹੁਣ ਬਕਾਇਦਾ ਤੌਰ ਤੇ ਬਿਹਾਰ ਦੇ ਸਮਸਤੀਪੁਰ ਦੇ ਇਲਾਕੇ ਇਹਨਾਂ ਦੋ ਗਰੀਬਾਂ ਦਾ ਬੇਟਾ ਜਿਹੜਾ ਸੀ, ਇਹ ਥੋੜਾ ਜਿਹਾ ਮਾਨਸਿਕ ਬੁੱਧੀ ਤੋਂ ਠੀਕ ਨਹੀਂ ਸੀਗੇ, ਮੰਦਬੁੱਧੀ ਸੀਗਾ। ਇਹ 5 ਮਈ ਤੋਂ ਘਰੋਂ ਗੁੰਮ ਸੀ। ਇਹ ਘਰੋਂ ਗੁੰਮ ਹੋ ਗਿਆ। ਗੁੰਮ ਹੁੰਦਿਆਂ ਇਹਦੀ ਜਾ ਕੇ 7 ਜੂਨ ਨੂੰ ਲਾਸ਼,
ਹਾਂਜੀ ਮੇਰੀ ਗੱਲ ਲੱਗਦੀ ਹੈ। ਉਹ ਲਾਸ਼ ਮਿਲਦੀ ਹੈ, ਲਾਸ਼ ਮਿਲਣ ਤੋਂ ਬਾਅਦ ਬਕਾਇਦਾ ਤੌਰ ਤੇ ਉਹਦੀ ਫੋਟੋ ਵੀ ਖਬਰ ਛਪਦੀ ਹੈ ਤੇ ਇਹ ਵੇਖਦੇ ਆ ਤੇ ਵੇਖ ਕੇ ਜਾ ਕੇ ਕੰਟੈਕਟ ਕਰਦੇ ਵੀ ਭਾਈ ਇਹ ਬੱਚਾ ਸਾਡਾ। ਜਿੱਥੇ ਲਾਸ਼ ਰੱਖੀ ਗਈ ਹੁੰਦੀ ਮੁਰਦ ਖਾਨੇ ਦੀ ਮੌਤ ਰੱਖੀ ਗਈ, ਉੱਥੇ ਜਦੋਂ ਵੇਖਣ ਜਾਂਦੇ ਤੇ ਉਹ ਕਹਿੰਦੇ ਭਾਈ ਆਇਓ ਤੇ ਕੀ ਲਿਆਇਓ ਤੇ ਫਿਰ ਤੈਨੂੰ ਲਾਸ਼ ਦੇ ਦਰਸ਼ਨ ਕਰਵਾਏ। ਕਹਿੰਦੇ ਸਾਡੇ ਕੋਲ ਤਾਂ ਕੁਛ ਹੈ। ਕਹਿੰਦੇ ਲਾਸ਼ ਵੇਖ ਲਓ, ਜੇ ਤੁਹਾਡੀ ਹੈ ਤੇ ਰੁਪਈਆ 50,000 ਲੱਗੂ, ਲੈ ਆਓ ਤੇ ਲਾਸ਼ ਲੈ। ਹੁਣ ਉਹ ਗਰੀਬ ਕਹਿੰਦੇ ਵੀ ਸਾਡੇ ਕੋਲ ਤੇ ਪੈਸਾ ਨਹੀਂ ਹੈਗਾ, ਤਾਂ ਅਸੀਂ ਕਿੱਥੋਂ ਦੇਈਏ 50,000 ਰੁਪਈਆ। ਉਹਨਾਂ ਫਿਰ ਲਾਗਲੀਆਂ ਕਲੋਨੀਆਂ ਤੋਂ ਪੈਸੇ ਮੰਗਣੇ ਸ਼ੁਰੂ ਕਰ। ਉੱਥੇ ਕੋਈ ਪੱਤਰਕਾਰ ਹੀ ਹੈਗਾ, ਤੁਹਾਨੂੰ ਪਤਾ ਅੱਜ ਕੱਲ੍ਹ ਹਰ ਬੰਦੇ ਦੇ ਹੱਥ ਵੀਡੀਓ ਹੈਗਾ। ਉਹਨੇ ਪੁੱਛਿਆ ਕੀ ਕਹਾਣੀ ਹੈ, ਨਾ ਆਪਣਾ ਦਰਦ ਬਿਆਨਾ ਵੀ ਆਹ ਕਹਾਣੀ। ਉਹ ਵਾਇਰਲ ਹੋ ਗਈ। ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸਨ ਵੀ ਭੱਜਾ ਤੇ ਪੁਲਿਸ ਵੀ ਭੱਜੀ ਤੇ ਸਰਕਾਰ ਵੀ ਭੱਜੀ। ਮੌਕੇ ਤੇ ਪੁੱਜੇ ਫਟਾਫਟ ਜਿਹੜੇ ਸਿਵਲ ਸਰਜਨ ਸੀ ਉਹਨਾਂ ਆ ਕੇ ਐਕਸ਼ਨ ਲਿਆ ਵੀ ਗੱਲ ਕੀ, ਇਹਨੂੰ ਦੱਸਿਆ ਜੀ ਇਹ ਗੱਲ। ਲਾਸ਼ ਤੇ ਉਹਨਾਂ ਨੂੰ ਦੇ ਦਿੱਤੀ ਤੇ ਹੁਣ ਸਿਵਲ ਸਰਜਨ ਨੇ ਕਿਹਾ ਇਹਨਾਂ ਦੇ ਖਿਲਾਫ ਕਾਰਵਾਈ ਅਸੀਂ ਆਪਣੇ ਤਰੀਕੇ ਨਾਲ ਕਰਾਂਗੇ, ਆਪਣੇ ਕਾਇਦੇ ਕਾਨੂੰਨ ਨਾਲ। ਇਹ ਆ ਸਾਡੀ ਮਾਨਸਿਕਤਾ, ਸਾਡੇ ਵਿੱਚੋਂ ਇਨਸਾਨੀਅਤ ਖਤਮ ਹੋ ਚੁੱਕੀ। ਅਗਲੇ ਲਾਸ਼ ਲੈਣ ਵਾਸਤੇ ਆਇਆ, ਕੋਈ ਮੁੰਡੇ ਦਾ ਜਿਹੜਾ ਵਿਆਹ ਕਰਨ ਵਾਸਤੇ ਹੈ। ਦੋ ਲਾਈਨਾਂ ਫਲੈਸ਼ ਕਰ ਰਹੀਆਂ ਨੇ, ਬੇਨਤੀ ਕਰਾਂਗਾ ਦੋਨਾਂ ਲਾਈਨਾਂ ਨੂੰ ਕਿ ਹੋਲਡ ਰੱਖੋ, ਤੁਹਾਡੀ ਕਾਲ ਜ਼ਰੂਰ ਲਵਾਂਗੇ। ਭੱਟੀ ਸਾਹਿਬ ਆਪਣੀ ਗੱਲ ਪੂਰੀ ਹੋ ਲੈਣ। ਹਾਂਜੀ ਭੱਟੀ ਸਾਹਿਬ। ਮੇਰੀ ਗੱਲ ਪੂਰੀ ਹੋ ਗਈ ਜੀ। ਲਾਸ਼ ਵੇਚਤੀ ਉਹਨਾਂ ਮਾਲਕਾਂ ਨੂੰ, ਲੇਕਿਨ ਹੁਣ ਜਿਹੜੀ ਸਰਕਾਰ ਆਪਣੇ ਲੈ ਕੇ ਐਕਸ਼ਨ ਲੈ ਰਹੀ, ਉਹਨਾਂ ਦੇ ਕੱਲ੍ਹ ਪੰਜਾਹ ਜਾਂ ਕੋਈ ਮੰਗਿਆ ਫੀਸ ਕੱਢੇਗਾ, ਕਿਹੜੀ ਫੀਸ ਮੰਗੀ ਜੀ, ਕਿਹੜਾ ਖਰਚਾ ਕੀਤਾ ਤੁਸੀਂ ਇਹਦੇ? ਇਹ ਤੇ ਇੱਕ ਸਾਹਮਣੇ ਆਈ ਆ ਉੱਥੇ ਕੋਰੇ ਕਿੰਨੇ ਪਹਿਲਾਂ ਇਸ ਬੰਦੇ ਪਹਿਲੀ ਦੀ ਗੱਲ ਹੋਣੀ ਨਹੀਂ, ਪਹਿਲਾਂ ਵੀ ਘਟਨਾ ਵਾਪਰਦੀਆਂ ਨਹੀਂ ਹੋਣਗੀਆਂ। ਈਵਨ ਇੱਥੋਂ ਤੱਕ ਅੰਮ੍ਰਿਤਸਰ ਦੇ ਮੁਰਦਾ ਘਰ ਦੇ ਵਿੱਚ ਤੁਹਾਡੀ ਲਾਸ਼ ਦਾ ਪੋਸਟਮਾਰਟਮ ਤਦ ਹੋਣਾ ਜਦੋਂ ਤੁਸੀਂ ਉੱਥੇ ਕੋਰਟ ਕਲਾਸ ਦੀ ਬੋਤਲ ਲਿਆ ਕੇ ਦਿਓ। ਪਹਿਲਾਂ ਉਹ ਦਾਰੂ ਪੀਊਗਾ ਤੇ ਫਿਰ ਤੁਹਾਡੀ ਵੱਢ ਤੱਕ ਕਰੂਗਾ ਲਾਸ਼। ਫਿਰ ਡਾਕਟਰ ਆਉਣਗੇ, ਡਾਕਟਰ ਲਿਖਣਗੇ, ਉਹ ਦੱਸੂਗਾ ਆਹ ਵੀ ਚੈੱਕ ਕਰ ਲਓ ਜੀ, ਅੱਛਾ ਲਿਖਣਗੇ ਕੱਟ ਕਿੱਥੇ ਕਿੱਥੇ ਗਈ। ਹਾਲਾਤ ਬਹੁਤ ਭੱਟੀ ਸਾਹਿਬ ਅੱਜ ਦਾ ਥੋੜੀ ਆ, ਇਹ ਤਾਂ ਜਦੋਂ ਕੋਈ ਜਿਗਰੀ ਯਾਰ ਸਾਡਾ ਇੱਕ ਦੋਸਤ ਸੀਗਾ, ਚਲੋ ਹੁਣ ਯਾਦ ਤੁਸੀਂ ਬਸ ਰਹਿਣ ਦੇ ਸ਼ੇਡ ਨਾਲ ਦਰਦਾਂ ਨੂੰ। ਚੜ੍ਹਦੀ ਜਵਾਨੀ ਦੇ ਵਿੱਚ ਗੱਤਕਾ ਖੇਡਦਾ ਹੁੰਦਾ ਸੀ, ਬਸ ਚੜ੍ਹਦੀ ਉਮਰ ਦੇ ਵਿੱਚ ਅਸੀਂ ਮਤਲਬ ਅੱਜ ਤੋਂ 30 ਸਾਲ ਤੇ ਮੈਨੂੰ ਹੋ ਗਏ, ਤੇ ਉਦੋਂ ਪਹਿਲਾਂ ਲਾ ਲਓ ਨਿਹੰਗ ਸਿੰਘ ਬਾਣੇ ਦੇ ਵਿੱਚ ਹੁੰਦਾ ਸੀ, ਸਾਨੂੰ ਗੱਤਕਾ ਸਿਖਾਉਂਦਾ ਸੀ। ਸਾਡੀ ਉਮਰ ਤੋਂ 2 ਸਾਲ ਵੱਡਾ ਹੋਊਗਾ ਜਾਂ 2.5 ਸਾਲ 3 ਸਾਲ ਵੱਡਾ ਹੋਊਗਾ, ਕਲਾਸ ਫੈਲੋ। ਅੱਖਾਂ ਬੰਨ੍ਹ ਕੇ ਗੱਤਕਾ ਖੇਡਣਾ ਉਹਨੇ ਤੇ ਸਾਨੂੰ ਸਿਖਾਉਣੇ ਪੈਂਤਰੇ, ਕਿਵੇਂ ਕਿਸ ਤਰੀਕੇ ਦੇ ਨਾਲ ਸਟੈਪ ਬਾਏ ਸਟੈਪ ਜਾਣਾ ਤੇ ਕਿਵੇਂ ਕੇਲੇ ਕੱਟਣੇ ਨੇ, ਨੱਕ ਤੇ ਰੱਖਣਾ ਜਾਂ ਵਾਟ ਐਵਰ ਜੋ ਵੀ ਹੈ ਧੁੰਨੀ ਤੇ ਰੱਖਣਾ। ਅਸੀਂ ਸਟੈਪ ਸਿੱਖਦੇ ਸੀ, ਕੋਈ ਗੱਤਕਾ ਸਿੱਖਦੇ ਸੀ। ਟਾਈਮ ਥੋੜਾ ਸੁਸਾਈਡ ਕਰ ਲਈ ਕਿਸੇ ਕਾਰਨ ਕਰਕੇ ਸੀ। ਦੋਸਤ ਮਿੱਤਰ ਜਿੰਨੇ ਕਿ ਪਿੰਡਾਂ 'ਚ ਗੱਡੀਆਂ ਕਿੰਨੀਆਂ ਕੁ ਹੁੰਦੀਆਂ ਸੀਗੀਆਂ, ਜਦ ਕੋਈ ਜੋ ਸੀਗਾ। ਅੱਜ ਵੇਖੋ ਅੱਜ ਦੇ ਦੋਸਤ ਮਿੱਤਰ, ਅੱਜ ਸਿੱਧੂ ਮੂਸੇਵਾਲੇ ਦੇ ਇਕੱਠ ਹੋਇਆ, ਉਦੋਂ ਅਸੀਂ ਜਿੰਨੇ ਕੁ ਸੀ ਇਕੱਠੇ ਹੋ ਸਕਦੇ। ਕਿਹੜਾ ਸੋਸ਼ਲ ਨੈਟਵਰਕ ਮੀਡੀਆ ਸੀ, ਕਿਹੜੇ ਫੋਨ ਸੀ, ਹੈ ਨਾ। ਅਸੀਂ ਉਹਨੂੰ ਚੱਕਿਆ, ਗੱਡੀ ਕੀਤੀ, ਸ਼ਹਿਰ ਲੈ ਕੇ ਗਏ, ਜਾਂਦਿਆਂ ਨੂੰ ਪੂਰਾ ਹੋ ਗਿਆ, ਲਾਸ਼ ਰੱਖੀ ਉਹਦੀ। ਉਹ ਉਦੋਂ ਉਹਨੂੰ ਅਧੀਆ ਦਿੱਤਾ ਸੀ। ਉਹ ਉਹਨਾਂ ਸਮਿਆਂ ਦੇ ਤੋਂ ਹੀ ਚੱਲਦਾ ਆ ਰਿਹਾ ਕੰਮ। ਉਦੋਂ ਪਹਿਲਾਂ ਕਦੋਂ ਦਾ ਸ਼ੁਰੂ ਹੋਇਆ ਪੋਸਟਮਾਰਟਮ, ਉਹਦਾ ਉਹਨਾਂ ਦਾ ਦਿਲ ਵਧਾਉਣ ਵਾਸਤੇ ਜੋ ਉਹਨਾਂ ਨੇ ਕਰਨਾ। ਹੁਣ ਵੇਖੋ ਗੁਰਬਾਣੀ ਕਹਿੰਦੀ ਆ ਕਿ ਘਰ ਦੀ ਜਿਹੜੀ ਨਾਰੀ ਹੈ ਨਾ, ਹੈ ਨਾ, ਉਹ ਕਿੰਨਾ ਪਿਆਰ ਮੁਹੱਬਤ ਕਰਦੀ ਹੈ। ਤੇ ਜਦੋਂ ਅਸੀਂ ਆਖਰੀ ਸਵਾਸ ਲੈ ਲੈਂਦੇ ਹਾਂ ਨਾ, ਪ੍ਰੇਤ ਪ੍ਰੇਤ ਕਰ ਭਾਗੀ, ਹੈ ਨਾ, ਉਹ ਪ੍ਰੇਤ ਨਜ਼ਰ ਆਉਂਦਾ। ਤੇ ਉਹ ਬੰਦਾ ਵੀ ਤੇ ਕਿੱਡਾ ਹੋਊਗਾ ਨਾ, ਜਿਹਨੇ ਵੱਢਣਾ ਟੁੱਕਣਾ, ਬੰਦੇ ਨੂੰ ਵੱਢਣਾ ਟੁੱਕਣਾ। ਤੇ ਧੰਨ ਉਹ ਡਾਕਟਰ ਜਿਨ੍ਹਾਂ ਨੇ ਉਹ ਵੇਖ ਕੇ ਤੇ ਮੁੜ ਕੇ ਰਿਪੋਰਟ ਦੇਣੀ। ਖੈਰ ਮੈਂ ਦੱਸਦਾ ਕਿ ਅੱਜ ਦਾ ਨਹੀਂ ਹੈ, ਇਹ ਬੜੇ ਚਿਰ ਦਾ ਚੱਲਦਾ ਕੰਮ। ਮੇਰੇ ਨਾਲ ਕਾਲਰ ਨੇ, ਛੋਟਾ ਰੱਖਿਓ ਜੀ ਕੁਐਸਚਨ, ਸਮਾਂ ਥੋੜਾ ਹੈ ਪਲੀਜ਼, ਕੱਲ ਲਾਵਾਂਗੇ ਓਵਰ ਟਾਈਮ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਚਾਵਲਾ ਸਾਹਿਬ, ਭੱਟੀ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭੱਟੀ ਸਾਹਿਬ, ਅੱਜ ਸਟੂਡੈਂਟਸ ਜਿਹੜੇ ਨੇ ਪੰਜਾਬ ਯੂਨੀਵਰਸਿਟੀ ਦੇ, ਉਹਨਾਂ ਨੇ ਕੀਤਾ ਤੇ ਕਾਫੀ ਉਹਨਾਂ ਦੇ ਕੁੱਟਮਾਰ ਪਈ ਹੈ ਵਿਚਾਰਿਆਂ ਦੇ।
ਉਹ ਸਵਾਲ ਪੰਜਾਬ ਨੂੰ ਪੰਜਾਬੀ ਨੂੰ ਪੰਜਾਬ ਨੂੰ ਇਹ ਸਵਾਲ ਪੰਜਾਬ ਅਸੀਂ ਦੀ- ਇਹ ਸਵਾਲ ਅਸੀਂ ਵਿਰਕ ਸਾਹਿਬ ਕਰ ਚੁੱਕੇ ਹਾਂ। ਤੁਸੀਂ ਇੱਕ ਮਿੰਟ ਪੂਰਾ ਕਰ ਲੈਂਦੇ ਹੋ। ਦੇਖੋ ਉਹਨਾਂ ਨੇ ਕੁੱਟਮਾਰ ਕੀਤੀ, ਜਿਹੜੇ ਸੀ ਦੂਜੇ ਕਾਂਗਰਸੀ ਤੇ ਆਪ ਵਾਲੇ, ਇਹਨਾਂ ਨੇ ਡਰਾਮਾ ਰੱਜ ਕੇ ਕੀਤਾ। ਅੱਜ ਜਿਹੜੇ ਦੂਜੇ ਨੇ ਆਪਣੇ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਆਪਣੀਆਂ ਰੈਲੀਆਂ ਕੱਢਦੇ ਰਹੇ ਕਿ ਇਹਨਾਂ ਪਾਰਟੀਆਂ ਦਾ ਫਰਜ਼ ਨਹੀਂ ਸੀ ਬਣਦਾ ਕਿ ਸਟੂਡੈਂਟਸ ਤੇ ਉਹਨਾਂ ਦੇ ਜਾਂਦੇ, ਕਿ ਇਹਨਾਂ ਦਾ ਪੰਜਾਬ ਨਾਲ ਕੋਈ ਸੰਬੰਧ ਨਹੀਂ, ਪੰਜਾਬ ਦੇ ਸਿਰ ਤੇ ਰਾਜ ਕਰ ਦਿੰਦੇ, ਕੁਝ ਕਰਦੇ ਨੇ। ਇਹਦੇ ਬਾਰੇ ਦੱਸਿਓ ਪਲੀਜ਼ ਜੀ। ਉੱਥੇ ਇੱਕ ਮੁੰਡੇ ਨੇ ਕਿਹਾ ਸੀ ਜੀ, ਇੱਕ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਸੀ, ਉਹਨੇ ਕਿਹਾ ਮਸਲਾ ਤੇ ਇਕੱਠੇ ਹੋ ਜਾਓ, ਫਿਰ ਤੁਹਾਨੂੰ ਭੋਗਾ ਤੇ ਇਕੱਠੇ ਹੋਣ ਦੀ ਲੋੜ ਨਹੀਂ। ਕੱਲ ਕਹਿੰਦੇ ਤੁਸੀਂ ਮੂਸੇ ਵਾਲੇ ਦੇ ਭੋਗ ਤੇ ਇਕੱਠੇ ਹੋ, ਚੰਗੀ ਗੱਲ, ਇਕੱਠੇ ਹੋ ਕੇ ਤੁਸੀਂ ਆਪਣਾ ਰੋਸ ਪ੍ਰਗਟ ਕੀਤਾ, ਲੇਕਿਨ ਇਹ ਵੀ ਰੋਸ ਪ੍ਰਗਟ ਕਰੋ ਸਾਡੇ ਕੋਲ ਯੂਨੀਵਰਸਿਟੀ, ਸਾਡੇ ਕੋਲ ਇੱਕ ਬੜਾ ਤਕੜਾ ਵਿਦਿਆ ਦਾ ਅਦਾਰਾ ਹੈ। ਇਹਦੇ ਕਿਆ ਮਸਲਾ ਸੀ? ਕਹਿੰਦਾ ਓਪਨ ਕਾਲ ਦਿੱਤੀ ਸੀ, ਕਿਉਂ ਨਹੀਂ ਇਹ ਪੋਲੀਟੀਕਲ ਪਾਰਟੀ ਆਈਆਂ, ਕਿਉਂ ਨਹੀਂ ਇਹਨੇ ਲੋਕ ਆਏ, ਥੋੜੇ ਲੋਕ ਮੁੰਡੇ ਵਿਦਿਆਰਥੀ ਫਿਰ ਕਿਉਂ ਆਏ? ਇਹ ਕੱਲਾ ਵਿਦਿਆਰਥੀ ਦਾ ਕੰਮ ਨਹੀਂ, ਇਹ ਯੂਨੀਵਰਸਿਟੀ ਨੂੰ ਬਚਾਉਣਾ ਸਰਕਾਰ ਦਾ ਕੰਮ ਵੀ ਹੈ। 2009 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਮੰਗ ਪੱਤਰ ਦਿੱਤਾ ਸੀ ਯੂਨੀਵਰਸਿਟੀ ਦੇ ਅਧਿਆਪਕਾਂ ਨੇ ਕਿ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣ ਦਿੱਤਾ ਜਾਵੇ, ਤੇ ਬਾਦਲ ਸਾਹਿਬ ਨੇ ਸਾਈਨ ਕਰਤੇ ਸੀ ਉਹਦੇ ਤੇ ਅਗਲੇ ਦਿਨ ਦੋ ਅਧਿਆਪਕਾਂ ਨੇ ਫਿਰ ਇੱਕ ਆਰਟੀਕਲ ਲਿਖਿਆ ਸੀ ਤੇ ਸਰਕਾਰ ਤੇ ਬਾਦਲ ਸਾਹਿਬ ਨੂੰ ਇਮੀਡੀਏਟਲੀ ਉਹ ਲੈਟਰ ਵਾਪਸ ਲੈਣੀ ਪਈ ਸੀ, ਲਿਖਣਾ ਪਿਆ ਜਿੰਨੀ ਯੂਨੀਵਰਸਿਟੀ ਜਾਣ ਦਿੱਤੀ ਜਾਵੇ ਸੈਂਟਰ ਤੋਂ। ਟੀਚਰ ਉਹਦਾ ਕੀ ਹੈ, ਟੀਚਰ ਨੂੰ ਫਿਰ ਫੇਰ ਆਪੇ ਇੱਕ ਸਪਰੇਟ ਕਮਿਸ਼ਨ ਨਾਲ ਲੱਗ ਜੂ ਤੇ ਤਨਖਾਹ ਵੱਧ ਜੂ। ਦੂਜਾ ਉਹ 60 ਸਾਲ ਤੋਂ ਰਿਟਾਇਰ ਹੁੰਦੇ ਤੇ 65 ਸਾਲ ਤੋਂ ਹੋਣਗੇ, ਕੇਂਦਰੀ ਯੂਨੀਵਰਸਿਟੀ 65 ਸਾਲ ਦਾ। ਹਾਈ ਕੋਰਟ ਨੇ ਬਕਾਇਦਾ ਤੌਰ ਤੇ ਇਸ ਕੇਸ ਦੇ ਵਿੱਚ ਪ੍ਰਵਾਨਗੀ ਦੇ ਦਿੱਤੀ ਹੈ। ਹੁਣ ਮੁੰਡੇ ਲੜ ਰਹੇ ਆ, ਲੜਨਾ ਚਾਹੀਦਾ। ਯੂਨੀਵਰਸਿਟੀ ਸਾਡੀ ਪੰਜਾਬ ਦੀ ਆ, 200 ਕਾਨੂੰਨ ਪ੍ਰਭਾਵ ਪੜੇ ਯੂਨੀਵਰਸਿਟੀ ਦਾ। ਇਸ ਕਰਕੇ ਮੈਂ ਇਹ ਗੱਲ ਕਹੂੰਗਾ ਵੀ ਪੋਲੀਟੀਕਲ ਪਾਰਟੀਆਂ ਸੁੱਤੀਆਂ ਪਈਆਂ ਨੇ। ਇਹ ਅੱਜ ਕੱਲ੍ਹ ਸੇਵਾ ਕਰਦੇ ਆ, ਸੇਵਾ ਨਹੀਂ ਸਿਰਫ ਮੇਵਾ ਹੀ ਖਾਂਦੇ ਆ। ਜਿੱਥੋਂ ਮੇਵਾ ਮਿਲਦਾ ਉਹੀ ਕੰਮ ਕਰਦੇ। ਇਸ ਕਰਕੇ ਜਿਹੜੀ ਇਹ ਯੂਨੀਵਰਸਿਟੀ ਆ, ਇਹ ਸੈਂਟਰਲ ਯੂਨੀਵਰਸਿਟੀ ਬਣ ਜਾ ਰਹੀ ਆ। ਟੀਚਰ ਹੱਕ ਨੇ ਕੋਰਟ ਨੇ ਦੇ ਦਿੱਤਾ ਅਤੇ ਸੈਂਟਰਲ ਸਰਕਾਰ ਨੂੰ 25 ਅਗਸਤ ਨੂੰ ਬੁਲਾਇਆ ਗਿਆ ਵੀ ਤੁਸੀਂ ਆਪੇ ਆਪਣਾ ਪੱਖ ਦੱਸੋ, ਤੁਸੀਂ ਯੂਨੀਵਰਸਿਟੀ ਲੈਣ ਲਈ ਤਿਆਰ ਹੋ ਕਿ ਨਹੀਂ ਤਿਆਰ? ਬੀਬੀ ਮਮਤਾ ਨੇ ਕਿੰਨੀ ਵੱਡੀ ਗੱਲ ਕੀਤੀ ਆ। ਉਹਨੇ ਕਿਹਾ ਜਿਹੜਾ ਇੱਥੇ ਯੂਨੀਵਰਸਿਟੀ ਦਾ ਚਾਂਸਲਰ ਹੋਏਗਾ ਉਹ ਰਾਜਪਾਲ ਨਹੀਂ ਹੋਏਗਾ, ਉਹ ਮੁੱਖ ਮੰਤਰੀ ਹੋਏਗਾ ਮੌਜੂਦਾ ਜਿਹੜਾ ਹੋਏਗਾ। ਇਹ ਗੱਲ ਕੁਛ ਨਹੀਂ ਕਰ ਸਕਦੇ। ਉਹ ਕੱਲੀ ਲੜੀ ਜਾ ਰਹੀ ਹੈ ਸਾਰੇ ਨਾਲ। ਇਹ ਸੁੱਤੇ ਪਏ ਸਾਡੇ ਲੀਡਰ। ਭਗਵੰਤ ਮਾਨ ਕਿਉਂ ਨਹੀਂ ਇੱਥੇ ਬੋਲ ਰਿਹਾ? ਕੈਪਟਨ ਅਮਰਿੰਦਰ ਸਿੰਘ ਕਿਉਂ ਨਹੀਂ ਬੋਲ ਰਿਹਾ? ਸੁਖਬੀਰ ਬਾਦਲ ਕਿਉਂ ਨਹੀਂ ਬੋਲ ਰਿਹਾ? ਇਹਨਾਂ ਨੂੰ ਬੋਲਣਾ ਚਾਹੀਦਾ, ਬਕਾਇਦਾ ਤੌਰ ਤੇ ਆਪੋ ਆਪਣੇ ਇਤਰਾਜ਼ ਪ੍ਰਗਟ ਕਰਨੇ ਚਾਹੀਦੇ ਵੀ ਯੂਨੀਵਰਸਿਟੀ ਸਾਡੀ ਸਾਡੇ ਕਰਨੀ ਚਾਹੀਦੀ। ਪਰ ਸਰਕਾਰ ਕੀ ਚਾਹੁੰਦੀ ਹੈ? ਸਰਕਾਰ ਕਹਿੰਦੀ 200-400 ਸਾਲ ਦਾ ਬਜਟ ਖਰਚ ਹੋਣਾ ਤੇ ਜਿਆਦਾ ਜਾਣ ਦੇ ਸਾਡੇ ਪੈਸੇ ਬਚੇ। ਪੰਜਾਬ ਯੂਨੀਵਰਸਿਟੀ ਦਾ 2 ਮੁੱਖ ਮੰਤਰੀ ਕਹਿਆ ਕਿ ਇਹਦਾ ਕਰਜ਼ਾ ਅਸੀਂ ਲਾਵਾਂਗੇ। ਪੁੱਛਦੇ ਇਹਨਾਂ ਨੂੰ ਮੁੱਖ ਮੰਤਰੀ ਕਿੰਨੇ ਪੈਸੇ ਦਿੱਤੇ ਹੁੰਦਾ ਸੀ? 3 ਪੋਸਟਾਂ ਸੀਗੀਆਂ, ਇੱਕ ਵਾਈਸ ਚਾਂਸਲਰ, 23 ਬੰਦੇ ਭਰਤੀ ਕਰ ਰਹੇ ਉਹਦੇ 3 ਪੋਸਟਾਂ ਦੇ। ਜਦੋਂ ਪੁੱਛਿਆ ਗਿਆ ਉਹ ਕਹਿੰਦਾ ਜੀ ਆ ਢੀਂਡਸਾ ਸਾਹਿਬ ਦੀ ਆ ਗਈ, ਆ ਸੁਖਬੀਰ ਬਾਦਲ ਦੀ ਆ ਗਈ, ਆ ਜੀ ਵੱਡੇ ਬਾਦਲ ਸਾਹਿਬ ਦੀ ਆ ਗਈ, ਆ ਜੀ ਦਿੱਲੂ ਬਾਦਲ ਸਾਹਿਬ ਦੀ ਚਿੱਠੀ ਆ ਗਈ, ਜੀ ਰੱਖਣੇ ਪੈਣੇ। ਇਸ ਕਰਕੇ ਇਹਨਾਂ ਲੀਡਰਾਂ ਨੂੰ, ਸਿਆਸੀ ਪਾਰਟੀਆਂ ਨੂੰ ਜੇ ਵਿਦਿਆ ਨਹੀਂ ਦੇ ਸਕਦੇ ਜਿਹੜੀ ਮਿਲਦੀ, ਉਹ ਤੇ ਤੁਸੀਂ ਅੜਚਣ ਨਾ ਪਾਓ। ਘੱਟੋ ਘੱਟ ਸਿਸਟਮ ਨੂੰ ਚੱਲਦਾ ਰਹਿਣ ਦਿਓ। ਭਗਵੰਤ ਮਾਨ ਨੂੰ ਸ਼ਰਾਬ ਦਾ ਚੇਤਾ ਆ ਗਿਆ ਕੱਲ ਕਿ ਇਹ ਲਵਨ ਮਿਲਣੀ ਠੇਕੇ ਸੀ। ਉਹਨੂੰ ਚੇਤਾ ਆਇਆ ਕਿ ਸਕੂਲਾਂ ਦਾ ਸੁਧਾਰ ਕਰੀਏ ਸੀ। ਤੁਹਾਡੇ ਕਹਿਣ ਦੇ ਬਾਵਜੂਦ ਵੀ ਪ੍ਰਾਈਵੇਟ ਸਕੂਲ ਫੀਸਾਂ ਨਹੀਂ ਵਧਾ ਸਕਦੇ, ਉਹਨਾਂ ਫੀਸਾਂ ਵਧਾਈਆਂ। ਤੁਸੀਂ ਕੱਖ ਨਹੀਂ ਕਰ ਸਕੇ। ਇਸ ਕਰਕੇ ਇਹ ਅਦਾਰੇ ਬਚਾਉਣੇ ਬਹੁਤ ਜ਼ਰੂਰੀ ਹੈ ਜੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕਹਿੰਦਾ ਸੀ ਗੁਰਦੁਆਰਾ ਬਣਾਉਣਾ ਜੀ, ਕਹਿੰਦਾ ਪਹਿਲਾਂ ਸਕੂਲ ਬਣਾ, ਫਿਰ ਗੁਰਦੁਆਰਾ ਬਣਾਏਗਾ। ਆ ਮਸਜਿਦ ਹੋਣੀ ਜੀ, ਪਹਿਲਾਂ ਸਕੂਲ ਬਣਾਉਣ ਵਾਲੇ ਦੇ।
ਮੰਦਿਰ ਬਣਵਾ ਜੀ ਕਿਤੇ ਸਕੂਲ ਬਣਾ, ਇੱਕ ਸਕੂਲ ਨਾਲ ਧਾਰਮਿਕ ਅਦਾਰਾ ਹੋਊਗਾ। ਅਸੀਂ ਕਿੱਥੇ ਬੈਠੇ ਆ ਕਹਿੰਦੇ ਵੀ ਸਾਡੇ ਬੱਚਿਆਂ ਨੂੰ ਅਸੀਂ ਜਿਹੜੀ ਵਧੀਆ ਪੜ੍ਹਾਈ ਦਿਆਂਗੇ, ਕਿੱਥੇ ਵਿਦੇਸ਼ਾਂ ਦੇ ਬੱਚੇ ਆ ਕੇ ਪੜ੍ਹਨਗੇ, ਇਹੋ ਜਿਹੀ ਵੇਲੇ ਟਿਊਸ਼ਨਾਂ ਚੱਲਣਗੇ ਜੀ। ਚਲੋ ਪਟ ਸਾਹਿਬ ਆਪਾਂ ਥੋੜੀ ਜੀ ਗਰਮੀ ਖਾਸੀ ਦੀ ਆ। ਨਹੀਂ ਬਹੁਤ ਵਧੀਆ। ਵੇਖੋ ਜਿੱਥੇ ਤੁਸੀਂ ਵੇਖੋ ਜੋ ਕਦੀ ਵੀ ਨਹੀਂ ਰੰਗਲਾ ਪੰਜਾਬ ਦੇ ਜਿੰਨੇ ਵੀ ਸਾਡੇ ਚਾਵਲਾ ਨਿਊਜ਼ ਨੈਟਵਰਕ ਦੇ ਵਿੱਚ ਚਾਹੇ ਅਮਨ ਜੀ ਨੇ, ਚਾਹੇ ਅੰਜੂ ਜੀ ਨੇ, ਚਾਹੇ ਕੀਦਾ ਸਾਹਿਬ ਨੇ, ਚਾਹੇ ਮਿੰਟੂ ਜੀ ਨੇ, ਚਾਹੇ ਪੱਟੀ ਸਾਹਿਬ, ਚਾਹੇ ਜੌਲ ਸਾਹਿਬ, ਚਾਹੇ ਕੋਈ ਵੀ ਸਰੋਤਾ ਵੀ ਆਵੇ, ਮੈਂ ਉਹਨਾਂ ਚਿਰ ਨਹੀਂ ਟੋਕਦਾ ਜਿੰਨਾ ਚਿਰ ਮੈਨੂੰ ਲੱਗਦਾ ਕਿ ਵੀ ਸਹੀ ਜਾ ਰਿਹਾ। ਜਦੋਂ ਮੈਨੂੰ ਲੱਗੂਗਾ ਕਿ ਮੈਂ ਜਵਾਬ ਦਿਆਂ, ਮੈਂ ਉਸੇ ਵਕਤ ਟੋਕੂੰਗਾ, ਚਾਹੇ ਕੋਈ ਵੀ ਹੋਵੇ। ਠੀਕ ਹੈ ਨਾ ਜੀ। ਉਹ ਟੋਕਣਾ ਮੇਰਾ ਆਪਣਾ ਕਰਤੱਵ ਆ, ਮੇਰਾ ਫਰਜ਼ ਆ ਕਿ ਮੈਂ ਜਵਾਬ ਦਿਆਂ। ਤੇ ਇਸ ਕਰਕੇ ਮੈਂ ਸਿੰਘ ਫਸਾਉਣ ਦੀ ਬਜਾਏ ਮੈਂ ਕਹੂੰਗਾ ਜੀ ਮੈਂ ਤਾਂ ਉਸੇ ਵੇਲੇ ਰੋਕ ਦਿੱਤਾ ਸੀ, ਮੈਂ ਟੋਕ ਦਿੱਤਾ ਸੀ। ਤੁਸੀਂ ਨਹੀਂ ਸੁਣਿਆ, ਤੁਹਾਡੀ ਮਰਜ਼ੀ ਹੈ ਨਾ, ਤੁਸੀਂ ਨਹੀਂ ਸੁਣ ਸਕੇ ਤੇ ਅੱਛਾ ਚਾਹੀਦਾ ਇਹ ਸੀ ਪੁਲਿਸ ਅਫਸਰ ਨੂੰ ਕਹਿੰਦੇ ਜੀ ਕਾਕਾ ਗੱਲ ਸੁਣੋ, ਅਸੀਂ ਇੱਥੇ ਸੁਰੱਖਿਆ ਦੇ ਤੌਰ ਤੇ ਜਾਰੀ ਮੈਂ ਤੁਹਾਡੇ ਲਈ ਯੂਨੀਅਨ ਹੈਗੀ 8-9 ਆਪਣੇ ਲੀਡਰ ਲੈ ਆਓ, ਤੁਹਾਨੂੰ ਗੁਰਨਸਨ ਲਵਾ ਦਿੰਦੇ। ਕਿਹਾ ਕਿਸੇ ਨੇ ਕਿਹਾ ਹਾਲੀਆਂ ਡਾਂਗਾ ਭਾਂਜੋ ਲੱਤਾਂ ਜਿਹੜਾ ਕੱਲ ਭਗਵੰਤ ਮਾਨ ਕਹਿੰਦਾ ਸੀ ਮੇਰੇ ਰਾਜ ਦੇ ਵਿੱਚ ਨਾ ਕੋਈ ਮੁਜ਼ਾਹਰਾ ਹੋਣਾ, ਨਾ ਕਿਸੇ ਨੂੰ ਚੁੰਨੀ ਲੱਥਣੀ, ਨਾ ਕੁਛ ਦਸਤਾਰ ਲੱਥਣੀ, ਉਹ ਸਭ ਕੁਝ ਮੈਂ ਤਾਂ ਕਹੀ ਇੱਕ ਸੁਪਨਾ ਲੈਂਦੇ ਉਹ ਡਰੀਮ। ਹਾਂਜੀ ਡਰੀਮ ਲੈਂਦੇ ਡਰੀਮ, ਉਹਨੂੰ ਹੁਣ ਮੈਂ ਕੀ ਕਹਾਂ ਸਾਈਕੀ। ਮੇਰਾ ਆਖਰੀ ਕੁਐਸਚਨ ਹੈ, ਇੱਕ ਦਾ ਮਿੰਟ ਹੀ ਆਪਣੇ ਕੋਲ। ਸਰਦਾਰ ਸਿਮਰਜੀਤ ਸਿੰਘ ਮਾਨ ਦੀ ਚੋਣ ਮੁਹਿੰਮ ਤੇ ਚੜਿਆ ਭਗਵਾ ਰੰਗ, ਕੀ ਕਹਿਣਾ ਚਾਹੋਗੇ? 1999 ਦੀ ਚੋਣ ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਤੇ ਉਹਨਾਂ ਦੇ ਸਾਥੀ 7 ਤੇ 8 ਜਿੱਤ ਗਏ ਸਨ। ਜਦੋਂ ਇਹਨਾਂ ਤੱਕਾ ਮੈਂਡੇਟ ਮਿਲਿਆ ਸੀ, ਮਾਨ ਸਾਹਿਬ ਨੂੰ ਦੇਸ਼ ਦੇ ਵਿੱਚ ਦੂਸਰੇ ਨੰਬਰ ਤੇ ਵੱਧ ਵੋਟਾਂ ਮਿਲੀਆਂ ਸੀ। ਪਹਿਲੇ ਨੰਬਰ ਤੇ ਪਾਸਵਾਨ ਸੀ ਤੇ ਦੂਸਰੇ ਨੰਬਰ ਤੇ ਇਹਨਾਂ ਦੇ ਨਾਲ ਇੱਕ ਐਡਵੋਕੇਟ ਰਾਜੇਸ਼ ਸਿੰਘ ਵੀ ਚੁਣੇ ਗਏ ਸੀ ਸੰਗਰੂਰ। ਜਦੋਂ ਚੁਣੇ ਗਏ ਬਾਅਦ ਦੇ ਵਿੱਚ ਉਹ ਸੰਸਦ ਦੇ ਵਿੱਚ ਗਏ, ਉੱਥੇ ਉਹਨਾਂ ਦੀ ਭਾਜਪਾ ਆਗੂਆਂ ਨੇ ਤੇ ਬੀਜੇਪੀ ਨੇ ਮੁਲਾਕਾਤਾਂ ਕੀਤੀ, ਨਾਗਪੁਰ ਜਾ ਕੇ ਮੁਲਾਕਾਤਾਂ ਕਰ, ਔਰ ਉਹਨਾਂ ਕਿਹਾ ਵੀ ਮੈਂ ਉਹਨਾਂ ਦਾ ਕਿਰਦਾ ਵਾ, ਮੈਂ ਉਹਨਾਂ ਦਾ ਕੰਮ ਕਰ ਰਿਹਾ ਹਾਂ, ਚੰਗੇ ਕੰਮ ਕਰ ਰਹੇ, ਮਾੜੇ ਨਹੀਂ। ਅੱਜ ਵੀ ਉਹਨਾਂ ਦਾ ਜਿਹੜਾ ਪਹਿਰਾਵਾ ਲੈ ਲਓ ਜਾਂ ਉਹਨਾਂ ਦੀ ਬੋਲਚਾਲ ਲੈ ਲਓ, ਉਹ ਸਿਰਫ ਉਹਨਾਂ ਵਾਲੀ। ਤੇ ਮਾਨ ਸਾਹਿਬ ਤੁਸੀਂ ਤੇ ਵਿਰੋਧ ਕਰਦੇ ਇਸ ਗੱਲ ਦਾ ਕਿ ਜੇ RSS ਦੀ ਵਿਰੋਧ ਡਟ ਕੇ ਕਰਦੇ ਆ ਤੇ ਉਹਦੇ ਘਰ ਜਾ ਕੇ ਤੁਸੀਂ ਉਹਦੇ ਕੋਲ ਮਦਦ ਮੰਗ ਰਹੇ ਵੀ ਸਾਡੀ ਮਦਦ ਕਰੋ ਜੀ। ਤੁਸੀਂ ਤੁਹਾਨੂੰ ਪਤਾ ਹੋਏਗਾ ਚਾਵਲਾ ਸਾਹਿਬ ਜਦੋਂ ਟਕਸਾਲੀ ਕਾਲੀ ਬਣਿਆ ਸੀ ਤੇ ਬਕਾਇਦਾ ਤੌਰ ਤੇ ਪਰੰਪਰਾ ਸਾਹਿਬ ਨੂੰ ਵੀ ਘਰ ਗਏ ਜੀ, ਬੜਾ ਸਵਾਗਤ ਕੀਤਾ ਸੀ ਤੇ ਚੌਥੇ ਦਿਨ ਮੁੱਕਰ ਗਏ ਸੀ ਜੀ ਮੈਂ ਟਕਸਾਲੀ ਕਾਲੀ ਦਾ ਮੈਂਬਰ ਨਹੀਂ। ਮਾਨ ਸਾਹਿਬ ਮਿਹਨਤ ਕਰ ਰਹੇ, ਚਲੋ ਠੀਕ ਹੈ, ਉਹਨਾਂ ਦੀ ਸੋਚ ਹੈ, ਮਿਲੇ ਜਾ ਕੇ ਕੋਈ ਗੱਲ ਨਹੀਂ। ਲੇਕਿਨ ਇੱਕ ਪਾਸੇ ਭਗਵਾ ਤੇ ਦੂਜੇ ਪਾਸੇ ਨੀਲਾ ਵਾ, ਜੇ ਸਮੇਲ ਹੋ ਜਾਏ ਚੰਗੀ ਗੱਲ। ਚਲੋ ਵਧੀਆ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਕੱਲ ਸ਼ਾਮ ਨੂੰ ਮਿਲਦੇ ਹਾਂ ਜੀ, ਰੱਬ ਰਾਖਾ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।